ਟ੍ਰੇਨ ਚੱਲਣ ਹੀ ਵਾਲੀ ਸੀ ਕਿ ਅਚਾਨਕ ਜਾਣਿਆ ਪਹਿਚਾਣਿਆ ਚਿਹਰਾ ਜਰਨਲ ਡੱਬੇ ਵਿੱਚ ਆ ਗਿਆ। ਮੈਂ ਕੱਲੀ ਹੀ ਸਫ਼ਰ 'ਤੇ ਸੀ, ਬਾਕੀ ਸਾਰੇ ਜਣੇ ਅਜਨਬੀ ਸਨ। ਸਲੀਪਰ ਦਾ ਟਿਕਟ ਨਾ ਮਿਲਣ ਕਾਰਨ ਮੈਨੂੰ ਜਰਨਲ ਡੱਬੇ ਵਿੱਚ ਬੈਠਣਾ ਪਿਆ। ਪਰ ਇੱਥੇ ਇਹੋ ਜਿਹੇ ਹਾਲਾਤ ਵਿੱਚ ਉਸ ਸ਼ਖਸ ਦਾ ਮਿਲਣਾ ਜ਼ਿੰਦਗੀ ਲਈ ਇੱਕ ਸੰਜੀਵਨੀ ਦੇ ਵਾਂਗ ਸੀ। ਜ਼ਿੰਦਗੀ ਵੀ ਕਦੇ-ਕਦੇ ਅਜੀਬ ਮੋੜ 'ਤੇ ਲੈ ਆਉਂਦੀ ਹੈ, ਇਹੋ ਜਿਹੇ ਹਾਲਾਤਾਂ ਨਾਲ ਸਾਹਮਣਾ ਕਰਵਾ ਦਿੰਦੀ ਹੈ ਜਿਸ ਦੀ ਕਲਪਨਾ ਤੇ ਕੀ ਕਦੇ ਖਿਆਲ ਵੀ ਨਹੀਂ ਕਰ ਸਕਦੇ। ਉਹ ਆਇਆ, ਮੇਰੇ ਕੋਲ ਹੀ ਖਾਲੀ ਸੀਟ 'ਤੇ ਬੈਠ ਗਿਆ। ਨਾ ਉਸਨੇ ਮੇਰੇ ਵੱਲ ਦੇਖਿਆ ਤੇ ਨਾ ਹੀ ਪਹਿਚਾਨਣ ਦੀ ਕੋਸ਼ਿਸ਼ ਕੀਤੀ। ਬਾਹਰ ਸੌਣ ਦੀ ਝੜੀ ਲੱਗੀ ਸੀ, ਜਿਸ ਕਾਰਨ ਥੋੜ੍ਹਾ ਜਿਹਾ ਭਿੱਜ ਗਿਆ ਸੀ। ਮੈਂ ਉਸ ਵੱਲ ਥੋੜ੍ਹੀ ਨਜ਼ਰ ਘੁਮਾ ਕੇ ਦੇਖਿਆ। ਉਮਰ ਦੇ ਇਸ ਪੜਾਅ 'ਤੇ ਉਹ ਪਹਿਲਾਂ ਦੀ ਤਰ੍ਹਾਂ ਹੀ ਦਿਖ ਰਿਹਾ ਸੀ। ਹਾਂ, ਪਹਿਲਾਂ ਨਾਲੋਂ ਥੋੜ੍ਹਾ ਮੋਟਾ ਹੋ ਗਿਆ ਸੀ, ਪਰ ਇੰਨਾ ਜ਼ਿਆਦਾ ਨਹੀਂ। ਫਿਰ ਉਸਨੇ ਜੇਬ 'ਚੋਂ ਆਪਣਾ ਚਸ਼ਮਾ ਕੱਢ ਕੇ ਲਗਾਇਆ ਤੇ ਫ਼ੋਨ ਚਲਾਉਣ ਲੱਗ ਪਿਆ। ਚਸ਼ਮਾ ਦੇਖ ਕੇ ਮੈਨੂੰ ਥੋੜ੍ਹੀ ਹੈਰਾਨੀ ਹੋਈ। ਉਮਰ ਦਾ ਇੱਕ ਇਹੀ ਅਸਰ ਉਸ 'ਤੇ ਨਜ਼ਰ ਆਇਆ ਸੀ। ਉਸਦੇ ਚਿਹਰੇ ਤੇ ਸਿਰ 'ਤੇ ਮੈਨੂੰ ਕੋਈ ਵਾਲ ਸਫ਼ੇਦ ਨਜ਼ਰ ਨਹੀਂ ਆਇਆ। ਮੈਂ ਆਪਣਾ ਸਿਰ ਚੁੰਨੀ ਨਾਲ ਢੱਕ ਲਿਆ। ਵਾਲਾਂ ਨੂੰ ਡਾਈ ਕੀਤੇ ਕਾਫ਼ੀ ਦਿਨ ਹੋ ਗਏ ਸੀ। ਜ਼ਿਆਦਾ ਤਾਂ ਨਹੀਂ ਸੀ ਸਫ਼ੇਦ ਵਾਲ ਮੇਰੇ, ਪਰ ਇੰਨੇ ਜ਼ਰੂਰੀ ਸੀ ਕਿ ਗੌਰ ਨਾਲ ਦੇਖਣ 'ਤੇ ਨਜ਼ਰ ਆ ਜਾਣ। ਮੈਂ ਉੱਠ ਕੇ ਬਾਥਰੂਮ ਵਿੱਚ ਗਈ। ਹੈਂਡਬੈਗ ਵਿੱਚੋਂ ਫੇਸ ਵਾਸ਼ ਕੱਢ ਕੇ ਮੂੰਹ ਚੰਗੀ ਤਰ੍ਹਾਂ ਧੋਤਾ। ਫਿਰ ਗੌਰ ਨਾਲ ਸ਼ੀਸ਼ਾ ਵੇਖਿਆ। ਪਸੰਦ ਤਾਂ ਨਹੀਂ ਆਇਆ, ਪਰ ਅਜੀਬ ਜਿਹਾ ਮੂੰਹ ਬਣਾ ਕੇ ਸ਼ੀਸ਼ਾ ਬੈਗ ਵਿੱਚ ਰੱਖ ਕੇ ਵਾਪਸ ਆ ਗਈ। ਪਰ ਉਹ ਜਨਾਬ ਤਾਂ ਮੇਰਾ ਬੈਗ ਖਿੜਕੀ ਵਾਲੀ ਸਾਈਡ ਤੋਂ ਖਿਸਕਾ ਕੇ ਖੁਦ ਖਿੜਕੀ ਦੇ ਕੋਲ ਬੈਠ ਗਏ ਸੀ। ਉਸਨੇ ਮੇਰੇ ਵੱਲ ਬਿਨਾਂ ਦੇਖੇ ਹੀ ਕਿਹਾ, "ਸੌਰੀ, ਸ਼ਰਟ ਭਿੱਜ ਗਈ ਸੀ, ਥੋੜ੍ਹਾ ਸੁੱਕ ਜਾਵੇ, ਫਿਰ ਆਪਣੀ ਸੀਟ 'ਤੇ ਬੈਠ ਜਾਵਾਂਗਾ।" ਫਿਰ ਉਹ ਆਪਣੇ ਮੋਬਾਈਲ 'ਤੇ ਲੱਗ ਗਿਆ। ਮੈਨੂੰ ਉਸਦੀ ਇਹ ਗੱਲ ਬਹੁਤ ਬੁਰੀ ਲੱਗਦੀ ਸੀ ਕਿ ਉਹਨੇ ਮੇਰੀ ਇੱਛਾ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਫਿਰ ਵੀ ਪਤਾ ਨਹੀਂ ਉਸ ਵਿੱਚ ਜ਼ਿਆਦਾ ਕੀ ਸੀ ਕਿ ਮੈਂ ਅੱਜ ਤੱਕ ਉਸਨੂੰ ਭੁੱਲ ਨਹੀਂ ਸਕੀ, ਤੇ ਇੱਕ ਉਹ ਸੀ ਜਿਹੜਾ 10 ਸਾਲਾਂ ਵਿੱਚ ਹੀ ਭੁੱਲ ਗਿਆ ਸੀ। ਮੈਂ ਸੋਚਿਆ ਕਿ ਸ਼ਾਇਦ ਹਾਲੇ ਤੱਕ ਗੌਰ ਨਹੀਂ ਕੀਤਾ, ਪਹਿਚਾਨ ਲਵੇਗਾ। ਥੋੜ੍ਹੀ ਮੋਟੀ ਹੋ ਗਈ ਹਾਂ, ਸ਼ਾਇਦ ਇਸ ਲਈ ਨਹੀਂ ਪਹਿਚਾਣਿਆ। ਮੈਂ ਉਦਾਸ ਹੋ ਗਈ। ਜਿਸ ਸ਼ਖਸ ਨੂੰ ਮੈਂ ਜ਼ਿੰਦਗੀ 'ਚ ਕਦੇ ਭੁੱਲ ਨਹੀਂ ਸਕੀ, ਉਸਨੂੰ ਮੇਰਾ ਚਿਹਰਾ ਹੀ ਯਾਦ ਨਹੀਂ। ਇਹ ਮੰਨਿਆ ਕਿ ਉਸਦੀ ਔਰਤਾਂ ਤੇ ਕੁੜੀਆਂ ਨੂੰ ਤਾੜਨ ਦੀ ਆਦਤ ਨਹੀਂ ਸੀ, ਪਰ ਮੈਨੂੰ ਹੀ ਪਹਿਚਾਣਿਆ ਨਹੀਂ। ਮੈਂ ਸੋਚ ਰਹੀ ਸੀ ਕਿ ਜੇ ਇਹ ਵਿਆਹੁਤਾ ਏ ਤੇ ਮੈਂ ਵੀ ਸ਼ਾਦੀशुदा ਹਾਂ। ਜਾਣਦੀ ਹਾਂ, ਪਰ ਇਸਦਾ ਮਤਲਬ ਇਹ ਨਹੀਂ ਕਿ ਆਪਣੇ ਸੁਪਨਿਆਂ ਨੂੰ, ਆਪਣੇ ਖਿਆਲਾਂ ਨੂੰ ਜਿਉਣਾ ਛੱਡ ਦਿਆਂ। ਇੱਕ ਤਮੰਨਾ ਸੀ ਕਿ ਕੁਝ ਪਲ ਜ਼ਿੰਦਗੀ ਦੇ ਉਸ ਨਾਲ ਗੁਜ਼ਾਰਾਂ। ਮਾਹੌਲ ਦੋਸਤਾਨਾ ਹੀ ਹੋਵੇ, ਪਰ ਹੋਵੇ ਤਾਂ ਸਹੀ। ਅੱਜ ਉਹੀ ਸ਼ਖਸ ਕੋਲ ਬੈਠਾ ਸੀ ਜਿਸ ਨੂੰ ਮੈਂ ਸਕੂਲ ਟਾਈਮ ਤੋਂ ਹੀ ਦਿਲ ਵਿੱਚ ਵਸਾ ਰੱਖਿਆ ਸੀ। ਸੋਸ਼ਲ ਮੀਡੀਆ 'ਤੇ ਉਸਦੇ ਸਾਰੇ ਅਕਾਊਂਟ ਚੋਰੀ ਛਿਪੇ ਦੇਖਦੀ ਕਰਦੀ ਸੀ। ਉਸਦੀ ਹਰ ਇੱਕ ਕਵਿਤਾ ਤੇ ਸ਼ਾਇਰੀ ਵਿੱਚੋਂ ਖੁਦ ਨੂੰ ਲੱਭਿਆ ਕਰਦੀ ਸੀ। ਉਹ ਤਾਂ ਅੱਜ ਪਹਿਚਾਣ ਵੀ ਨਹੀਂ ਰਿਹਾ। ਮੰਨਿਆ ਕਿ ਸਾਡੇ ਦੋਹਾਂ ਵਿੱਚ ਕਦੇ ਵੀ ਪਿਆਰ ਦੀ ਪਿੰਗ ਨਹੀਂ ਚੜ੍ਹੀ, ਨਾ ਹੀ ਕਦੇ ਇਜ਼ਹਾਰ ਹੋਇਆ। ਹਾਂ, ਉਹ ਹਮੇਸ਼ਾ ਮੇਰੀ ਪਰਵਾਹ ਕਰਦਾ ਸੀ ਤੇ ਮੈਂ ਉਸਦੀ ਪਰਵਾਹ ਕਰਦੀ ਸੀ। ਕਾਲਜ ਖਤਮ ਹੁੰਦੇ ਹੀ ਮੇਰਾ ਵਿਆਹ ਹੋ ਗਿਆ। ਉਹ ਫੌਜ ਵਿੱਚ ਚਲਾ ਗਿਆ ਤੇ ਫਿਰ ਉਸਦਾ ਵਿਆਹ ਹੋ ਗਿਆ। ਜਦੋਂ ਵੀ ਮੈਂ ਪਿੰਡ ਜਾਂਦੀ ਤਾਂ ਉਸਦੀ ਸਾਰੀ ਖਬਰ ਲੈਂਦੀ ਰਹਿੰਦੀ। ਅੱਧੇ ਘੰਟੇ ਤੋਂ ਉੱਪਰ ਹੋ ਗਿਆ ਸੀ। ਉਹ ਆਰਾਮ ਨਾਲ ਖਿੜਕੀ ਦੇ ਕੋਲ ਬੈਠਾ ਹੋਇਆ, ਮੋਬਾਈਲ 'ਤੇ ਲੱਗਿਆ ਹੋਇਆ ਸੀ। ਦੇਖਣਾ ਤਾਂ ਦੂਰ ਦੀ ਗੱਲ ਸੀ, ਉਸਨੇ ਚਿਹਰਾ ਵੀ ਉੱਪਰ ਨਹੀਂ ਚੁੱਕਿਆ। ਮੈਂ ਕਦੇ ਮੋਬਾਈਲ ਵੱਲ ਵੇਖਦੀ ਤੇ ਕਦੇ ਉਸ ਵੱਲ। ਸੋਸ਼ਲ ਮੀਡੀਆ 'ਤੇ ਉਸਦੇ ਅਕਾਊਂਟ ਖੋਲ੍ਹ ਕੇ ਦੇਖੇ, ਤਸਵੀਰ ਮਿਲਾਈ। ਉਹੀ ਸੀ, ਪੱਕਾ ਉਹੀ, ਕੋਈ ਸ਼ੱਕ ਨਹੀਂ ਸੀ। ਵੈਸੇ ਵੀ ਅਸੀਂ ਔਰਤਾਂ ਧੋਖਾ ਨਹੀਂ ਖਾ ਸਕਦੀਆਂ। 20 ਸਾਲ ਬਾਅਦ ਸਿਰਫ ਅੱਖਾਂ ਤੋਂ ਹੀ ਪਹਿਚਾਣ ਲਿਆ ਸੀ ਉਸਨੂੰ। ਫਿਰ ਕੁਝ ਹੋਰ ਵਕਤ ਲੰਘਿਆ, ਪਰ ਮਾਹੌਲ ਉਵੇਂ ਦਾ ਉਵੇਂ ਸੀ। ਮੈਂ ਤਾਂ ਬਸ ਪਹਿਲੂ ਬਦਲਦੀ ਰਹੀ। ਫਿਰ ਅਚਾਨਕ ਟੀਟੀ ਆ ਗਿਆ। ਸਭ ਤੋਂ ਟਿਕਟ ਦਾ ਪੁੱਛ ਰਿਹਾ ਸੀ। ਮੈਂ ਆਪਣੀ ਟਿਕਟ ਦਿਖਾ ਦਿੱਤੀ। ਉਸ ਤੋਂ ਪੁੱਛਿਆ ਤਾਂ ਉਸਨੇ ਕਿਹਾ, "ਨਹੀਂ ਹੈ।"
ਟੀਟੀ ਨੇ ਕਿਹਾ ਜੁਰਮਾਨਾ ਲੱਗੇਗਾ। ਉਹ ਕਹਿੰਦਾ ਲਗਾ ਦਿਓ। ਟੀਟੀ ਨੇ ਪੁੱਛਿਆ ਟਿਕਟ ਕਿੱਥੋਂ ਦੀ ਬਣਾਵਾਂ? ਉਸਨੇ ਜਲਦੀ ਜਲਦੀ ਜਵਾਬ ਨਹੀਂ ਦਿੱਤਾ। ਮੇਰੇ ਵੱਲ ਵੇਖਣ ਲੱਗਾ। ਮੈਨੂੰ ਕੁਝ ਸਮਝ ਨਹੀਂ ਆਈ। ਫਿਰ ਉਸਨੇ ਮੇਰੇ ਹੱਥ ਤੋਂ ਫੜੀ ਟਿਕਟ ਨੂੰ ਗੌਰ ਨਾਲ ਵੇਖਿਆ ਤੇ ਫਿਰ ਟੀਟੀ ਨੂੰ ਕਹਿੰਦਾ ਕਾਨਪੁਰ। ਉਸਨੇ ਕਾਨਪੁਰ ਦੀ ਟਿਕਟ ਬਣਾ ਦਿੱਤੀ ਤੇ ਉਹ ਚਲਾ ਗਿਆ। ਉਸ ਤੋਂ ਬਾਅਦ ਉਹ ਫਿਰ ਆਪਣੇ ਮੋਬਾਈਲ ਵਿੱਚ ਬਿਜ਼ੀ ਹੋ ਗਿਆ। ਆਖਿਰ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਪੁੱਛ ਲਿਆ ਕਾਨਪੁਰ ਵਿੱਚ ਕਿੱਥੇ ਰਹਿੰਦੇ ਹੋ? ਉਸਨੇ ਮੋਬਾਈਲ 'ਤੇ ਨਜ਼ਰਾਂ ਗੱਡੀ ਰੱਖੀਆਂ ਤੇ ਬੋਲਿਆ ਕਿਤੇ ਨਹੀਂ। ਫਿਰ ਉਹ ਚੁੱਪ ਹੋ ਗਿਆ ਤਾਂ ਫਿਰ ਮੈਂ ਬੋਲੀ ਉੱਥੇ ਤੁਹਾਨੂੰ ਕੋਈ ਕੰਮ ਹੈ? ਉਹ ਬੋਲਿਆ ਹਾਂ। ਹੁਣ ਮੈਂ ਫਿਰ ਚੁੱਪ ਹੋ ਗਈ। ਉਹ ਕਿਸੇ ਅਜਨਬੀ ਦੀ ਤਰ੍ਹਾਂ ਗੱਲ ਕਰ ਰਿਹਾ ਸੀ। ਅਜਨਬੀ ਤੋਂ ਕਿਵੇਂ ਪੁੱਛ ਲਵਾਂ ਕਿ ਉਹ ਕਿਸ ਕੰਮ ਲਈ ਜਾ ਰਿਹਾ ਹੈ? ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਮੈਂ ਫਿਰ ਪੁੱਛ ਲਿਆ ਤੁਸੀਂ ਸ਼ਾਇਦ ਨੌਕਰੀ ਕਰਦੇ ਹੋਵੋਗੇ? ਉਸਨੇ ਕਿਹਾ ਨਹੀਂ। ਮੈਂ ਫਿਰ ਹਿੰਮਤ ਕਰਕੇ ਪੁੱਛਿਆ ਕਿ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਹੋ? ਤਾਂ ਉਸਨੇ ਕਿਹਾ ਨਹੀਂ। ਇੰਨਾ ਸੰਖੇਪ ਜਿਹਾ ਉੱਤਰ ਸੁਣ ਕੇ ਮੇਰੀ ਹਿੰਮਤ ਹੀ ਨਹੀਂ ਪਈ ਕਿ ਮੈਂ ਕੁਝ ਹੋਰ ਪੁੱਛਾਂ। ਅਜੀਬ ਆਦਮੀ ਸੀ। ਬਿਨਾਂ ਕੰਮ ਤੋਂ ਸਫ਼ਰ ਕਰ ਰਿਹਾ ਸੀ। ਮੈਂ ਵੀ ਮੂੰਹ ਫੇਰ ਕੇ ਆਪਣੇ ਮੋਬਾਈਲ ਵਿੱਚ ਲੱਗ ਪਈ। ਕੁਝ ਦੇਰ ਬਾਅਦ ਉਹ ਖੁਦ ਹੀ ਬੋਲ ਪਿਆ ਇਹ ਵੀ ਪੁੱਛੋ ਕਿਉਂ ਜਾ ਰਿਹਾ ਹਾਂ ਕਾਨਪੁਰ? ਮੇਰੇ ਮੂੰਹ ਵਿੱਚੋਂ ਜਲਦੀ ਜਲਦੀ ਨਿਕਲਿਆ ਦੱਸੋ ਕਿ ਕਿਉਂ ਜਾ ਰਹੇ ਹੋ? ਫਿਰ ਆਪਣੇ ਕਾਲੇਪਨ 'ਤੇ ਮੈਨੂੰ ਸ਼ਰਮ ਜਿਹੀ ਆਈ। ਉਸਨੇ ਥੋੜ੍ਹਾ ਮੁਸਕਰਾਉਂਦੇ ਹੋਏ ਕਿਹਾ ਇੱਕ ਪੁਰਾਣੀ ਦੋਸਤ ਮਿਲ ਗਈ ਜੋ ਅੱਜ ਇਕੱਲੀ ਸਫ਼ਰ ਕਰ ਰਹੀ ਸੀ। ਫੌਜੀ ਆਦਮੀ ਹਾਂ। ਸੁਰੱਖਿਆ ਕਰਨਾ ਮੇਰਾ ਫਰਜ਼ ਹੈ। ਇਸ ਲਈ ਉਸ ਨੂੰ ਕਾਨਪੁਰ ਤੱਕ ਛੱਡਣ ਜਾ ਰਿਹਾ ਹਾਂ। ਇੰਨਾ ਸੁਣਦੇ ਹੀ ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਾ। ਮੈਂ ਨੋਰਮਲ ਨਾ ਰਹਿ ਸਕੀ। ਆਪਣੇ ਮਨ ਦੀਆਂ ਭਾਵਨਾਵਾਂ ਨੂੰ ਦਬਾਉਣ ਦਾ ਅਸਫਲ ਯਤਨ ਕਰਦੇ ਹੋਏ ਹਿੰਮਤ ਕਰਕੇ ਪੁੱਛਿਆ ਕਿੱਥੇ ਹੈ ਉਹ ਦੋਸਤ? ਕਮਬਖ਼ਤ ਫਿਰ ਮੁਸਕਰਾਉਂਦਾ ਹੋਇਆ ਬੋਲਿਆ ਇੱਥੇ ਮੇਰੇ ਕੋਲ ਹੀ ਬੈਠੀ ਹੈ। ਇੰਨਾ ਸੁਣਦੇ ਹੀ ਸਭ ਕੁਝ ਮੇਰੀ ਸਮਝ ਵਿੱਚ ਆ ਗਿਆ ਕਿ ਕਿਉਂ ਉਸਨੇ ਟਿਕਟ ਨਹੀਂ ਸੀ ਲਈ। ਕਿਉਂਕਿ ਉਸ ਨੂੰ ਪਤਾ ਹੀ ਨਹੀਂ ਸੀ ਕਿ ਕਿੱਥੇ ਜਾ ਰਿਹਾ। ਸਿਰਫ ਤੇ ਸਿਰਫ ਮੇਰੇ ਲਈ ਉਹ ਦਿੱਲੀ ਤੋਂ ਕਾਨਪੁਰ ਦਾ ਸਫ਼ਰ ਕਰ ਰਿਹਾ ਸੀ। ਇਹ ਜਾਣ ਕੇ ਇੰਨੀ ਖੁਸ਼ੀ ਹੋਈ ਕਿ ਅੱਖਾਂ ਵਿੱਚ ਹੰਝੂ ਆ ਗਏ। ਦਿਲ ਦੇ ਅੰਦਰ ਇੱਕ ਗੋਲਾ ਜਿਹਾ ਬਣਿਆ ਤੇ ਫਟ ਗਿਆ। ਅੱਖਾਂ ਭਿੱਜ ਗਈਆਂ। ਉਸਨੇ ਪੁੱਛਿਆ ਰੋ ਕਿਉਂ ਰਹੀ ਹੈ? ਮੈਂ ਬਸ ਇੰਨਾ ਹੀ ਕਹਿ ਸਕੀ ਤੁਸੀਂ ਮਰਦ ਹੋ ਸਮਝ ਨਹੀਂ ਸਕਦੇ? ਉਹ ਬੋਲਿਆ ਕਿਉਂਕਿ ਥੋੜ੍ਹਾ ਬਹੁਤ ਲਿਖ ਲੈਂਦਾ ਹਾਂ। ਕਵੀ ਤੇ ਲੇਖਕ ਵੀ ਹਾਂ। ਸਭ ਕੁਝ ਸਮਝਦਾ ਵੀ ਹਾਂ। ਮੈਂ ਖੁਦ ਨੂੰ ਸੰਭਾਲਦੇ ਹੋਏ ਕਿਹਾ ਧੰਨਵਾਦ ਮੈਨੂੰ ਪਹਿਚਾਨਣ ਲਈ ਅਤੇ ਮੇਰੇ ਲਈ ਇੰਨਾ ਟਾਈਮ ਕੱਢਣ ਲਈ। ਉਸਨੇ ਕਿਹਾ ਪਲੇਟਫਾਰਮ 'ਤੇ ਇਕੱਲੀ ਘੁੰਮ ਰਹੀ ਸੀ। ਕੋਈ ਨਾਲ ਨਹੀਂ ਦਿਸਿਆ ਤਾਂ ਆਉਣਾ ਪਿਆ। ਕੱਲ੍ਹ ਰੱਖੜੀ ਸੀ ਇਸ ਕਰਕੇ ਭੀੜ ਬਹੁਤ ਹੈ। ਤੈਨੂੰ ਇਸ ਤਰ੍ਹਾਂ ਇਕੱਲੀ ਨੂੰ ਸਫ਼ਰ ਨਹੀਂ ਕਰਨਾ ਚਾਹੀਦਾ। ਕੀ ਕਰਦੀ? ਇਹਨਾਂ ਨੂੰ ਛੁੱਟੀ ਨਹੀਂ ਮਿਲੀ ਤੇ ਭਰਾ ਇੱਥੇ ਆ ਕੇ ਦਿੱਲੀ ਵਿੱਚ ਵਸ ਗਏ ਹਨ। ਰੱਖੜੀ ਬੰਨ੍ਹਣ ਤਾਂ ਆਉਣਾ ਹੀ ਸੀ। ਮੈਂ ਆਪਣੀ ਮਜਬੂਰੀ ਦੱਸੀ। ਇਹੋ ਜਿਹੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਆਈ ਐਂ ਜਿਨ੍ਹਾਂ ਨੂੰ ਇਹ ਵੀ ਨਹੀਂ ਫਿਕਰ ਕਿ ਇੰਨਾ ਲੰਬਾ ਸਫ਼ਰ ਕਰਕੇ ਭੈਣ ਕਿਵੇਂ ਆਊਗੀ। ਭਰਾ ਵਿਆਹ ਤੋਂ ਬਾਅਦ ਭਰਾ ਰਹੇ ਹੀ ਨਹੀਂ। ਭਾਬੀਆਂ ਦੇ ਹੋ ਗਏ ਹਨ। ਮੰਮੀ ਪਾਪਾ ਨਹੀਂ ਰਹੇ। ਇੰਨਾ ਕਹਿ ਕੇ ਮੈਂ ਉਦਾਸ ਹੋ ਗਈ। ਉਸਨੇ ਫਿਰ ਕਿਹਾ ਪਤੀ ਨੂੰ ਤਾਂ ਸਮਝਣਾ ਚਾਹੀਦਾ ਹੈ। ਉਹਨਾਂ ਦੀ ਲਾਈਫ ਬਹੁਤ ਜ਼ਿਆਦਾ ਬਿਜ਼ੀ ਹੈ ਤੇ ਮੈਂ ਜ਼ਿਆਦਾ ਡਿਸਟਰਬ ਨਹੀਂ ਕਰਦੀ ਤੇ ਅੱਜ ਕੱਲ੍ਹ ਇੰਨਾ ਖਤਰਾ ਵੀ ਨਹੀਂ ਰਿਹਾ। ਮੈਂ ਸਫ਼ਰ ਕਰ ਲੈਂਦੀ ਹਾਂ ਇਕੱਲੀ। ਤੁਸੀਂ ਆਪਣੀ ਸੁਣਾਓ ਕਿਵੇਂ ਹੋ? ਵਧੀਆ। ਹਾਂ ਜ਼ਿੰਦਗੀ ਕਿਵੇਂ ਕੱਟ ਰਹੀ ਹੈ? ਮੈਂ ਹਿੰਮਤ ਕਰਕੇ ਪੁੱਛਿਆ। ਮੇਰੀ ਯਾਦ ਆਉਂਦੀ ਸੀ। ਉਹ ਚੁੱਪ ਹੋ ਗਿਆ ਤੇ ਕੁਝ ਨਹੀਂ ਬੋਲਿਆ। ਤਾਂ ਮੈਂ ਫਿਰ ਕਿਹਾ ਸੌਰੀ ਵੈਸੇ ਹੀ ਪੁੱਛ ਲਿਆ। ਹੁਣ ਤਾਂ ਆਪਣੀ ਉਮਰ ਵੀ ਪਕਰੋੜ ਹੋ ਗਈ ਹੈ। ਇਹ ਗੱਲਾਂ ਕਰ ਸਕਦੇ ਹਾਂ। ਉਸਨੇ ਸ਼ਰਟ ਦੀ ਬਾਂਹ ਦਾ ਬਟਨ ਖੋਲ੍ਹ ਕੇ ਹੱਥ ਵਿੱਚ ਪਹਿਨਿਆ ਹੋਇਆ ਕੜਾ ਦਿਖਾਇਆ ਜੋ ਮੈਂ ਉਸ ਨੂੰ ਫਰੈਂਡਸ਼ਿਪ ਡੇ 'ਤੇ ਦਿੱਤਾ ਸੀ। ਉਹ ਬੋਲਿਆ ਯਾਦ ਤਾਂ ਆਉਂਦੀ ਸੀ ਪਰ ਇਹ ਕਮਬਖ਼ਤ ਤੈਨੂੰ ਯਾਦ ਕਰਵਾ ਦਿੰਦਾ ਸੀ। ਕੜਾ ਦੇਖ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ। ਮੈਂ ਕਿਹਾ ਕਦੇ ਸੰਪਰਕ ਕਿਉਂ ਨਹੀਂ ਕੀਤਾ? ਉਹ ਬੋਲਿਆ ਡਿਸਟਰਬ ਨਹੀਂ ਕਰਨਾ ਚਾਹੁੰਦੀ ਸੀ। ਤੇਰੀ ਆਪਣੀ ਨਿੱਜੀ ਜ਼ਿੰਦਗੀ ਤੇ ਮੇਰੀ ਆਪਣੀ ਜ਼ਿੰਦਗੀ ਹੈ। ਮੈਂ ਡਰਦੇ ਡਰਦੇ ਪੁੱਛਿਆ ਤੈਨੂੰ ਛੂਹ ਲਵਾਂ? ਉਹ ਬੋਲਿਆ ਨਹੀਂ
ਪਾਪ ਲੱਗੂ। ਮੈਂ ਕਿਹਾ, ਨਹੀਂ, ਛੂਹਣ ਨਾਲ ਨਹੀਂ ਲੱਗਦਾ। ਤੇ ਫਿਰ ਮੈਂ ਸਾਰੇ ਰਸਤੇ ਉਸ ਦਾ ਹੱਥ ਫੜ ਕੇ ਬੈਠੀ ਰਹੀ। ਬਹੁਤ ਸਾਰੀਆਂ ਗੱਲਾਂ ਕੀਤੀਆਂ। ਇਹ ਜ਼ਿੰਦਗੀ ਦਾ ਇੱਕ ਅਜਿਹਾ ਯਾਦਗਾਰ ਦਿਨ ਸੀ, ਪਰ ਉਸ ਤੋਂ ਬਾਅਦ ਮੈਂ ਆਖਰੀ ਵਾਰ ਉਸ ਨੂੰ ਵੇਖ ਵੀ ਨਾ ਸਕੀ। ਅੱਜ ਉਸ ਨੂੰ ਮਿਲੇ 1 ਸਾਲ ਹੋ ਗਿਆ ਹੈ। ਅੱਜ ਵੀ ਰੱਖੜੀ ਦਾ ਦਿਨ ਹੈ। ਮੈਂ ਅੱਜ ਵੀ ਸਫ਼ਰ ਕਰ ਰਹੀ ਹਾਂ। ਦਿੱਲੀ ਤੋਂ ਕਾਨਪੁਰ ਜਾ ਰਹੀ ਹਾਂ। ਜਾਣ ਬੁੱਝ ਕੇ ਜਨਰਲ ਡੱਬੇ ਦਾ ਟਿਕਟ ਲਿਆ ਹੈ। ਮੈਂ ਇਕੱਲੀ ਹਾਂ। ਪਤਾ ਨਹੀਂ ਕਿਉਂ ਦਿਲ ਵਿੱਚ ਆਸ ਲਾਈ ਬੈਠੀ ਹਾਂ ਕਿ ਅੱਜ ਉਹ ਫਿਰ ਆਵੇਗਾ, ਸ਼ਰਟ ਸੁਕਾਉਣ ਲਈ ਉਸ ਖਿੜਕੀ ਦੇ ਕੋਲ ਬੈਠੇਗਾ। ਇੱਕ ਸਫ਼ਰ ਉਹ ਸੀ ਜਿਸ ਵਿੱਚ ਕੋਈ ਹਮਸਫ਼ਰ ਸੀ। ਇੱਕ ਸਫ਼ਰ ਅੱਜ ਹੈ ਜਿਸ ਵਿੱਚ ਉਸ ਦੀਆਂ ਯਾਦਾਂ ਹਮਸਫ਼ਰ ਹਨ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।